ਜਦੋਂ ਅਸੀਂ ਕਸਟਰਡ ਦੇ ਵੀ ਸਵਈਆਂ ਬਣਾਉਂਦੇ ਹੈਗੀਆਂ ਸਾਡੀਆਂ ਸਵਈਆਂ ਗੁੱਛਾ ਕਿਉਂ ਬਣ ਜਾਂਦੀਆਂ ਨੇ, ਕਸਟਰਡ ਇੰਨਾ ਜ਼ਿਆਦਾ ਨਾਲ ਸਖਤ ਕਿਉਂ ਹੋ ਜਾਂਦਾ ਹੈਗਾ ਵੇ, ਸਾਰਾ ਕੁਝ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਵਾਲੀ ਹਾਂ। ਕਸਟਰਡ ਸਾਡਾ ਇਸ ਤਰ੍ਹਾਂ ਹੋਣਾ ਚਾਹੀਦਾ ਜਿਸ ਤਰ੍ਹਾਂ ਸ਼ਾਦੀਆਂ ਵਿਆਹ ਤੇ ਅਸੀਂ ਕਸਟਰਡ ਖਾ ਕੇ ਆਉਂਦੇ ਹੈਗੇ, ਇਹੋ ਜਿਹਾ ਕਸਟਰਡ ਕਿਵੇਂ ਬਣਦਾ ਦੇਖ ਸਕਦੇ ਹੋ ਤੁਸੀਂ, ਕਿੰਨਾ ਜ਼ਿਆਦਾ ਲਿਕਵਿਡ ਹੈ, ਅੱਛੀ ਤਰ੍ਹਾਂ ਮਤਲਬ ਨਾ ਜ਼ਿਆਦਾ ਸਖਤ ਹੋਣਾ ਚਾਹੀਦਾ ਨਾ ਜ਼ਿਆਦਾ ਨਰਮ ਹੋਣਾ ਚਾਹੀਦਾ ਹੈਗਾ ਵੇ। ਸਾਰੀਆਂ ਜਿਹੜੀਆਂ ਤੁਹਾਡੇ ਨਾਲ ਤੁਸੀਂ ਜਿਹੜੀਆਂ ਤੁਹਾਡੇ ਕੋਲ ਗਲਤੀਆਂ ਹੁੰਦੀਆਂ ਹੈਗੀਆਂ ਨੇ, ਤੁਸੀਂ ਅਕਸਰ ਕਸਟਰਡ ਔਰ ਸਵਈਆਂ ਜਦੋਂ ਇਕੱਠੀਆਂ ਬਣਾਉਂਦੇ ਹੈਗੇ ਹੋ ਔਰ ਤੁਹਾਡੇ ਕੋਲ ਸਖਤ ਬਣ ਜਾਂਦੀਆਂ ਹੈਗੀਆਂ ਨੇ, ਇਸ ਤਰ੍ਹਾਂ ਦੀਆਂ ਨਰਮ ਕਿਉਂ ਨਹੀਂ ਬਣਦੀਆਂ ਹੈਗੀਆਂ, ਸਾਰੀਆਂ ਗਲਤੀਆਂ ਮੈਂ ਤੁਹਾਨੂੰ ਦੱਸਾਂਗੀ ਔਰ ਪੂਰੀ ਰੈਸਪੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਕਿ ਅਸੀਂ ਬਿਲਕੁਲ ਸ਼ਾਦੀ ਵਿਆਹ ਵਗੈਰਾ ਸਵਈਆਂ ਕਸਟਰਡ ਕਿਸ ਤਰ੍ਹਾਂ ਬਣਾ ਸਕਦੇ ਹਾਂ। ਫਿਰ ਤੁਸੀਂ ਵੀ ਮੇਰੇ ਨਾਲ ਆ ਕੇ ਵੀਡੀਓ ਦੇਖੋ। ਅੱਲਾ ਦਾ ਨਾਮ ਲੈ ਕੇ ਰੈਸਪੀ ਸ਼ੁਰੂ ਕਰਨੇ ਆ। ਬਿਸਮਿल्लाहिर्रहमानिर्रहीम। अस्सलाम वालेकुम मेरी यूट्यूब फैमिली, किवें हो तुसीं सारे? अल्लाह पाक तुहानूं सारिਆਂ ਨੂੰ हमेशा खुश और आबाद रखे। ਅੱਜ ਮੈਂ ਤੁਹਾਡੇ ਨਾਲ ਜਿਹੜੀ ਰੈਸਪੀ ਸ਼ੇਅਰ ਕਰਨ ਲੱਗੀ ਆ ਉਹ ਬੜੀ ਕਮਾਲ ਦੀ ਰੈਸਪੀ ਹੈਗੀ ਹੈ। ਚੀਜ਼ਾਂ ਛੁਪੀਆਂ ਹੋਈਆਂ ਨੇ, ਮੱਖੀਆਂ ਵਾਸਤੇ ਮੈਂ ਉੱਤੇ ਟੋਕਰੀ ਦਿੱਤੀ ਹੋਈ ਹੈ। ਮੱਖੀਆਂ ਦਾ ਪਤਾ ਨਹੀਂ ਮੌਸਮ ਹੈਗਾ ਵੇ, ਜਿੰਨੀ ਮਰਜ਼ੀ ਇਹਤਿਆਤ ਕਰੋ ਮੱਖੀ ਆ ਜਾਂਦੀ, ਫਿਰ ਜਿੱਥੇ ਮਿੱਠਾ ਬਣ ਰਿਹਾ ਹੋਵੇ ਉੱਥੇ ਤਾਂ ਮੱਖੀ ਨੇ ਆਣਾ ਹੀ ਆਣਾ ਵੇ। ਅੱਜ ਮੈਂ ਖੁਸ਼ਬੂਦਾਰ ਰੰਗਦਾਰ ਜਿਹੜੀਆਂ ਸਵਈਆਂ ਨੇ, ਜਿਹੜੀਆਂ ਬੱਚਿਆਂ ਵੱਡਿਆਂ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਹੁੰਦੀਆਂ ਨੇ, ਅੱਜ ਉਹਦੀ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ। ਇੱਥੇ ਮੈਂ ਹਾਫ ਕੱਪ ਜਿਹੜਾ ਲਿੱਤਾ ਵੇ ਸਵਈਆਂ ਦਾ, ਖੁਸ਼ਬੂਦਾਰ ਸਵਈਆਂ ਲਿੱਤੀਆਂ ਨੇ। ਇਹਦੇ 'ਚ ਮੈਂ ਲਿੱਤਾ ਵੇ 1.25 ਲੀਟਰ ਮਿਲਕ ਲੈ ਲਿੱਤਾ ਵੇ, ਤੇ 4 ਟੇਬਲ ਸਪੂਨ ਜਿਹੜੇ ਨੇ ਮੈਂ ਲਿੱਤੇ ਨੇ ਖੁਸ਼ਕ ਮਿਲਕ ਦੇ, ਤੇ ਚੀਨੀ ਜਿਹੜੀ ਹਸਬੇ ਜ਼ਰੂਰਤ ਹੈ ਤਕਰੀਬਨ ਇਹ 6 ਟੇਬਲ ਸਪੂਨ ਬਣਦੀ ਪਈ ਹੈ। ਤੇ ਉਹਦੇ ਚ ਬਾਅਦ ਮੈਂ ਕਸਟਰਡ ਲਿੱਤਾ ਹੈਗਾ ਵੇ 2 ਟੇਬਲ ਸਪੂਨ, ਜਿਹੜਾ ਇਹਦੇ ਚ ਮੈਂ ਮਿਲਕ ਲੈ ਕੇ ਠੰਡੇ ਮਿਲਕ ਹੀ ਨੂੰ ਹਮੇਸ਼ਾ ਮਿਕਸ ਕਰਨਾ ਚਾਹੀਏ। 2 ਟੇਬਲ ਸਪੂਨ ਜਿਹੜੇ ਨੇ ਮੈਂ ਕਸਟਰਡ ਪਾਊਡਰ ਦੇ ਲਿੱਤੇ ਨੇ ਔਰ ਇਹਨੂੰ ਅੱਛੀ ਤਰ੍ਹਾਂ ਮਿਕਸ ਕਰ ਲਿੱਤਾ ਹੈਗਾ ਵੇ। ਤੇ ਦੁੱਧ ਜ਼ਰਾ ਬੋਇਲ ਹੋ ਜਾਵੇ ਉਸ ਤੋਂ ਬਾਅਦ ਫਿਰ ਵਿੱਚ ਚੀਜ਼ਾਂ ਸ਼ਾਮਿਲ ਕਰਨੇ ਹੈਗੀਆਂ। ਇਹ ਮੱਖੀਆਂ ਦੀ ਵਜ੍ਹਾ ਤੋਂ ਕਵਰ ਕਰਨਾ ਪੈ ਰਿਹਾ ਵੇ। ਮੱਖੀ ਭਲੇ ਜਿੰਨੀ ਮਰਜ਼ੀ ਹੋਵੇ ਲੇਕਿਨ ਸਾਨੂੰ ਇhtiyਾਤ ਤੇ ਕਰਨੀ ਚਾਹੀਦੀ ਹੈਗੀ ਨਾ, ਕਿਉਂਕਿ ਇਹ ਤੇ ਬਿਮਾਰੀਆਂ ਦੀ ਮਾਜਗਾਹ ਹੈ। ਤੇ ਇਸ ਵਾਸਤੇ ਹੁਣ ਜਰਾ ਸਾਡਾ ਮਿਲਕ ਉਬਲ ਲਵੇ ਤੇ ਫਿਰ ਅਸੀਂ ਚੀਜ਼ਾਂ ਸ਼ਾਮਿਲ ਕਰਨੀਆਂ ਸ਼ੁਰੂ ਕਰਨੇ ਆ। ਬੋਇਲ ਹੋਣ ਦੇ ਕਰੀਬ ਮਿਲਕ ਆ ਚੁੱਕਿਆ ਵੇ। ਇਹ 'ਚ ਜਿਹੜੀ ਸਭ ਤੋਂ ਪਹਿਲੀ ਚੀਜ਼ ਮੈਂ ਸ਼ਾਮਿਲ ਕਰਾਂਗੀ ਉਹ ਚੀਨੀ ਹੈ। ਬਿਸਮਿल्लाहिर्रहमानिर्रहीम। ਚੀਨੀ ਅੱਛੀ ਤਰ੍ਹਾਂ ਮਿਕਸ ਕਰ ਲਵਾਂਗੇ। ਉਸ ਦੇ ਨਾਲ ਹੀ ਮੈਂ ਜਿਹੜਾ ਵੇ ਖੁਸ਼ਕ ਮਿਲਕ ਹੈ ਵੀ ਸ਼ਾਮਿਲ ਕਰ ਦਾਂਗੀ। ਇਹਦੇ ਵਿੱਚ ਅਸੀਂ ਕੋਈ ਇਲਾਚੀ ਨਹੀਂ ਪਾਣੀ ਹੈਗੀ, ਕੋਈ ਖੁਸ਼ਬੂ ਵਾਲੀ ਚੀਜ਼ ਨਹੀਂ ਪਾਣੀ ਹੈਗੀ। ਉਹਦੀ ਵਜ੍ਹਾ ਇਹ ਹੈ ਕਿ ਇਹ ਸਵਈਆਂ ਇੰਨੀਆਂ ਖੁਸ਼ਬੂਦਾਰ ਹੁੰਦੀਆਂ ਨੇ। ਵਨੀਲਾ ਕਸਟਰਡ ਲਿੱਤਾ ਹੈ, ਵਨੀਲਾ ਕਸਟਰਡ ਦੀ ਆਪਣੀ ਬਹੁਤ ਪਿਆਰੀ ਖੁਸ਼ਬੂ ਹੁੰਦੀ ਹੈਗੀ ਹੈ। ਅਸੀਂ ਇਹਨਾਂ ਚੀਜ਼ਾਂ ਦੀ ਖੁਸ਼ਬੂ ਬਰਕਰਾਰ ਰੱਖਾਂਗੇ ਤੇ ਇਸ ਵਾਸਤੇ ਸਾਨੂੰ ਕੋਈ ਹੋਰ ਖੁਸ਼ਬੂ ਵਗੈਰਾ ਪਾਉਣ ਦੀ ਇੱਥੇ ਜ਼ਰੂਰਤ ਨਹੀਂ ਹੈਗੀ। ਹੁਣ ਇਹਦੇ ਨਾਲ ਹੀ ਅਸੀਂ ਸੇਵੀਆਂ ਸ਼ਾਮਿਲ ਕਰ ਦਾਂਗੇ। ਹਾਫ ਕੱਪ ਹੀ ਲੈਣਾ, ਕਿਉਂਕਿ ਆਪ ਵੀ ਜਿਹੜੀਆਂ ਨੇ ਥਿਕ ਹੋ ਜਾਂਦੀਆਂ ਨੇ ਬਹੁਤ ਜ਼ਿਆਦਾ, ਤੇ ਅਸੀਂ ਇੱਥੇ ਕਸਟਰਡ ਬਹੁਤ ਜ਼ਿਆਦਾ ਸਖਤ ਜਿਹਾ ਨਹੀਂ ਬਣਾਉਣਾ ਹੈਗਾ, ਫਿਰ ਉਹਦਾ ਟੇਸਟ ਨਹੀਂ ਆਉਂਦਾ ਹੈਗਾ। ਤੇ ਅਸੀਂ ਇੱਥੇ ਹੁਣ ਸੇਵੀਆਂ ਸ਼ਾਮਿਲ ਕਰ ਦਾਂਗੇ। ਇਹਨੂੰ ਹੁਣ ਅਸੀਂ ਉਨੀ ਦੇਰ ਪਹਿਲੇ ਪਕਾਵਾਂਗੇ ਜਿੰਨੀ ਦੇਰ ਕਿ ਸਵਈਆਂ ਫੁੱਲ ਕੇ ਡਬਲ ਟ੍ਰਿਪਲ ਨਾ ਹੋ ਜਾਣਾ, ਮੋਟੀਆਂ ਹੋ ਜਾਣਗੀਆਂ। ਔਰ ਆਂਚ ਤੁਸੀਂ ਬਹੁਤ ਹਲਕੀ ਰੱਖਣੀ ਹੈਗੀ ਹੈ, ਕਿਉਂਕਿ ਇਹਨਾਂ ਨੇ ਬਹੁਤ ਜਲਦੀ ਫਿਰ ਉੱਤੋਂ ਗਲ ਜਾਣਾ ਤੇ ਅੰਦਰੋਂ ਕੱਚੀਆਂ ਰਹਿ ਜਾਣਗੀਆਂ। ਮੀਡੀਅਮ ਜਿਹੀ ਆਂਚ ਤੇ ਅਸੀਂ ਇਹਨਾਂ ਨੂੰ ਜ਼ਰਾ ਪਕਾਉਂਦੇ ਰਵਾਂਗੇ। 15 ਮਿੰਟ ਮੈਂ ਪਕਾਉਣੀ ਆ। ਸਵਈਆਂ ਪੱਕਦੇ ਹੋਇਆ 15 ਮਿੰਟ ਹੋ ਗਏ ਨੇ ਤੇ ਹੁਣ ਤੁਸੀਂ ਤੁਹਾਨੂੰ ਮੈਂ ਦਿਖਾਣੀ ਹੈ। ਦੇਖੋ ਸਵਈਆਂ ਕਿੰਨੀਆਂ ਮੋਟੀਆਂ ਹੋ ਚੁੱਕੀਆਂ ਨੇ, ਦੁੱਧ ਵੀ ਸਾਡਾ ਕਾਫੀ ਗਾੜਾ ਹੋ ਗਿਆ। ਦੇਖੋ ਮਾਸ਼ਾਅੱਲਾ ਕਿੰਨੀ ਮੋਟੀ ਸਵਈ ਹੋ ਚੁੱਕੀ ਹੈ। ਹੁਣ ਇਸ ਸਟੇਜ ਤੇ ਆ ਕੇ ਅਸੀਂ ਕਸਟਰਡ ਮਿਕਸ ਕਰਾਂਗੇ। ਇਹਦੇ 'ਚ ਇਹਦੀ ਇੰਨੀ ਜ਼ਿਆਦਾ ਖੁਸ਼ਬੂ ਫੈਲੀ ਹੋਈ ਹੈ ਪੂਰੇ ਕਿਚਨ ਦੇ ਵਿੱਚ, ਕਿਉਂਕਿ ਸਵਈਆਂ ਹੈ ਹੀ ਬਹੁਤ ਜ਼ਿਆਦਾ ਖੁਸ਼ਬੂਦਾਰ ਨੇ। ਕਸਟਰਡ ਨੂੰ ਅੱਛੀ ਤਰ੍ਹਾਂ ਮਿਕਸ ਕਰ ਲਵਾਂਗੇ। ਔਰ ਕਸਟਰਡ ਹਮੇਸ਼ਾ ਠੰਡੇ ਮਿਲਕ 'ਚ ਹੀ ਸ਼ਾਮਿਲ ਕਰਿਆ ਕਰੋ, ਇਸ ਤਰ੍ਹਾਂ ਮਿਕਸ ਕਰਿਆ ਕਰੋ। ਅਗਰ ਅਸੀਂ ਗਰਮ ਦੁੱਧ 'ਚ ਕਰਾਂਗੇ ਤੇ ਗੁਟਲੀਆਂ ਜਿਹੀਆਂ ਬਣ ਜਾਣਗੀਆਂ। ਔਰ ਜਦੋਂ ਅਸੀਂ ਸਵਈਆਂ ਪਕਾਉਣੀਆਂ ਨੇ ਚਮਚਾ ਮੁਸਲਸਲ ਅਸੀਂ ਚਲਾਉਂਦੇ ਰਹਿਣਾ ਹੈਗਾ, ਨਹੀਂ ਤੇ ਇਹ ਕੀ ਹੋਗਾ ਗੁੱਛਾ ਜਾਂ ਸੇਵੀਆਂ ਦਾ ਬਣ ਜਾਂਦਾ ਹੈਗਾ ਵੇ। ਹੁਣ ਅਸੀਂ ਅੱਜ ਕਸਟਰਡ ਸ਼ਾਮਿਲ ਕਰਾਂਗੇ ਆਸਤਾ ਬਿਸਮਿल्लाहिर्रहमानिर्रहीम। ਮਾਸ਼ਾਅੱਲਾ ਬਗੈਰ ਕਸਟਰਡ ਤੋਂ ਵੀ ਸੇਵੀਆਂ ਬਹੁਤ ਮਜ਼ੇਦਾਰ ਬਣਦੀਆਂ ਨੇ, ਲੇਕਿਨ ਇਹਦੇ ਨਾਲ ਹੋਰ ਵੀ ਜ਼ਿਆਦਾ ਖੂਬਸੂਰਤ ਟੇਸਟ, ਮਜ਼ੇਦਾਰ ਟੇਸਟ ਹੋ ਜਾਂਦਾ ਵੇ। ਮਾਸ਼ਾਅੱਲਾ ਦੇਖੋ ਨਾਲ ਹੀ ਮਿਲਕ ਗਾੜਾ ਹੋਣ ਲੱਗ ਪਿਆ ਵੇ, ਲੇਕਿਨ ਅਸੀਂ ਬਹੁਤ ਜਿਹੜਾ ਸਖਤ ਜਿਹਾ ਹੁੰਦਾ ਨਾ ਲਈ ਜੀ ਬਣ ਜਾਂਦੀ ਹੈ, ਉਸ ਤਰ੍ਹਾਂ ਦਾ ਕਸਟਰਡ ਨਹੀਂ ਬਣਾਉਣਾ ਹੈਗਾ। ਸਾਡੀ ਫੈਮਿਲੀ 'ਚ ਉਹ ਜਿਹਾ ਕਸਟਰਡ ਪਸੰਦ ਵੀ ਨਹੀਂ ਕੀਤਾ ਜਾਂਦਾ। ਮੈਂ ਤੁਹਾਨੂੰ ਅਕਸਰ ਦੱਸਦੀ ਹਾਂ ਨਾ, ਹਰ ਘਰ ਦੀ ਹਰ ਫੈਮਿਲੀ ਦੀ ਆਪਣੀ ਪਸੰਦ ਹੁੰਦੀ ਹੈ। ਤੇ ਸਾਡੇ ਘਰ ਜਿਹੜਾ ਕਸਟਰਡ ਹੈ ਜ਼ਰਾ ਮਤਲਬ ਲਿਕਵਿਡ ਹੀ ਇਸਤੇਮਾਲ ਕੀਤਾ ਜਾਂਦਾ ਵੇ, ਇਸ ਤਰ੍ਹਾਂ ਹੋਏ ਕਿ ਖਾਣ ਦਾ ਪਤਾ ਚੱਲੇ ਖਾਇਆ ਕੀ ਜਾ ਰਿਹਾ। ਮੇਰੇ ਮੀਆਂ ਸਾਹਿਬ ਤੇ ਸਖਤ ਕਸਟਰਡ ਬਿਲਕੁਲ ਨਹੀਂ ਖਾਂਦੇ ਹੈਗੇ। ਔਰ ਇਹ ਕਸਟਰਡ ਅਸੀਂ ਇੰਨੀ ਦੇਰ ਪਕਾਉਣਾ ਹੈ ਕਿ ਇਹਦਾ ਜਿਹੜਾ ਕੱਚਾ ਪਾਣੀ ਖਤਮ ਹੋ ਜਾਵੇ। ਕਸਟਰਡ ਨੂੰ ਜ਼ਿਆਦਾ ਪਕਾਉਣ ਦੀ ਜ਼ਰੂਰਤ ਨਹੀਂ ਹੁੰਦੀ ਹੈਗੀ, ਲੇਕਿਨ ਸਵਈਆਂ ਨੂੰ ਅਸੀਂ ਬਹੁਤ ਅੱਛੀ ਤਰ੍ਹਾਂ ਪਕਾਉਣਾ ਹੈ ਕਿ ਜਿਹੜਾ ਸਾਡਾ 1.25 ਲੀਟਰ ਦਾ ਦੁੱਧ ਸੀ ਨਾ ਉਹ ਲੀਟਰ ਰਹਿ ਗਿਆ ਹੈਗਾ ਵੇ। ਦੇਖੋ ਮਾਸ਼ਾਅੱਲਾ ਹੁਣ ਇੱਥੇ ਰੈਡੀ ਹੋ ਚੁੱਕਿਆ ਵੇ। ਇੱਥੇ ਅਸੀਂ ਹੁਣ ਬਸ ਚੁੱਲ੍ਹਾ ਬੰਦ ਕਰ ਦੇਵਾਂਗੇ। ਮਾਸ਼ਾਅੱਲਾ ਦੀ ਖੁਸ਼ਬੂ ਵੀ ਪਿਆਰੀ ਹੈ। ਉਹਦੇ ਤੁਸੀਂ ਇਹਦੀ ਸ਼ਕਲ ਦੇਖ ਸਕਦੇ ਹੋ ਕਿੰਨੀ ਪਿਆਰੀ ਹੈ। ਸਵਈਆਂ ਨਹੀਂ ਮੈਂ ਕੀਤੀਆਂ, ਲੇਕਿਨ ਇਹ ਜਦੋਂ ਠੰਡਾ ਹੋ ਜਾਏਗਾ ਬੜਾ ਪਿਆਰਾ ਜਿਹਾ ਦੇਖਣ 'ਚ ਵੀ ਲੱਗੇਗਾ। ਇੱਥੇ ਅਸੀਂ ਹੁਣ ਚੁੱਲ੍ਹਾ ਬੰਦ ਕਰ ਰਹੇ ਹਾਂ। ਹੁਣ ਮੈਂ ਤੁਹਾਨੂੰ ਡਿਸ਼ ਆਊਟ ਕਰਕੇ ਦਿਖਾਉਂਦੀ ਹਾਂ।
ਅਲਹਮਦੁਲਿਲਾ ਕਸਟਰਡ ਕਾਫੀ ਹੱਦ ਤੱਕ ਠੰਡਾ ਹੋ ਚੁੱਕਿਆ ਵੇ। ਮੈਂ ਤੁਹਾਡੇ ਸਾਹਮਣੇ ਡਿਸ਼ ਆਊਟ ਕਰਾਂਗੀ। ਮੈਂ ਤੁਹਾਨੂੰ ਦਿਖਾਣਾ ਚਾਹਨੀ ਹਾਂ ਕਿ ਇੰਨਾ ਕੁ ਜਿਹੜਾ ਦੇਖੋ ਇੰਨਾ ਸੌਫਟ ਜਿਹਾ ਪਤਲਾ ਜਿਹਾ ਹੋਣਾ ਚਾਹੀਦਾ ਹੈਗਾ। ਪਤਲਾ ਤੇ ਨਹੀਂ ਹੈ ਤਾਂ ਬਹੁਤ ਜ਼ਿਆਦਾ ਜਿਹੜਾ ਗਾੜਾ ਹੈ ਨਾ ਉਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਠਹਿਰੋ ਤੁਹਾਨੂੰ ਮੈਂ ਡਿਸ਼ ਬੋਲ ਚ ਪਾ ਕੇ ਦਿਖਾਨੀ ਆ। ਦੇਖੋ ਇਸ ਤਰ੍ਹਾਂ ਹੋਣਾ ਚਾਹੀਦਾ ਹੈਗਾ ਵੇ। ਯਕੀਨ ਕਰੋ ਜੇ ਸ਼ਾਦੀ ਵਿਆਹ ਤੇ ਤੁਸੀਂ ਜਾ ਕੇ ਜਿਸ ਤਰ੍ਹਾਂ ਦਾ ਕਸਟਰਡ ਖਾਂਦੇ ਹੋ ਉਹ ਇਹੋ ਜਿਹਾ ਹੀ ਹੁੰਦਾ ਹੈਗਾ ਵੇ। ਨਾ ਉਹ ਜ਼ਿਆਦਾ ਸਖਤ ਹੁੰਦਾ ਹੈਗਾ ਵੇ ਔਰ ਬਹੁਤ ਜ਼ਿਆਦਾ ਟੇਸਟੀ ਬਣਦਾ ਹੈਗਾ ਵੇ। ਖਾਣ 'ਚ ਵੀ ਬਹੁਤ ਜ਼ਿਆਦਾ ਮਜ਼ਾ ਆਉਂਦਾ ਹੈਗਾ ਵੇ। ਠਹਿਰੋ ਸਾਰਾ ਮਤਲਬ ਸਾਫ਼ ਕਰਕੇ ਦਿਖਾਉਣੀਆਂ ਚੀਜ਼ਾਂ ਨੂੰ ਨਾ ਜ਼ਾਇਆ ਨਹੀਂ ਕਰਨਾ ਚਾਹੀਦਾ ਹੈਗਾ। ਅੱਛੀ ਤਰ੍ਹਾਂ ਚੀਜ਼ਾਂ ਸਾਫ਼ ਕਰਨੀਆਂ ਚਾਹੀਦੀਆਂ ਨੇ। सवा लीटर असी मिल्क लिता सी, खुश्क पाउडर लिता सी और ਉਹਦੇ ਚੋਂ ਤਕਰੀਬਨ 3 ਪਾ ਕਸਟਰਡ ਸਾਡਾ ਜਿਹੜਾ ਵੇ ਨਾ ਕਸਟਰਡ ਸਵਈਆਂ ਰੈਡੀ ਹੋ ਚੁੱਕੀਆਂ ਹੈਗੀਆਂ ਨੇ। ਮਾਸ਼ਾਅੱਲਾ ਤੁਸੀਂ ਦੇਖ ਸਕਦੇ ਹੋ ਕਿੰਨਾ ਇਹਦੀ ਲੁੱਕ ਵੀ ਕਿੰਨੀ ਅੱਛੀ ਲੱਗਦੀ ਪਈ ਹੈ। ਔਰ ਜੀ ਤੁਹਾਨੂੰ ਮੇਰੀ ਵੀਡੀਓ ਕਿਹੋ ਜਿਹੀ ਲੱਗੀ ਹੈਗੀ ਤੁਸੀਂ ਮੈਨੂੰ ਆਪਣਾ ਫੀਡਬੈਕ ਜ਼ਰੂਰ ਦੇਣਾ। ਅਗਰ ਤੁਹਾਨੂੰ ਅੱਜ ਦੀ ਮੇਰੀ ਇਹ ਵੀਡੀਓ ਅੱਛੀ ਲੱਗੀ ਹੈਗੀ ਹੈ ਫਿਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ, ਵੀਡੀਓ ਨੂੰ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ ਔਰ ਫਿਰ ਕਮੈਂਟ ਕਰਕੇ ਮੈਨੂੰ ਦੱਸਿਆ ਕਰੋ ਕਿ ਮੈਂ ਤੁਹਾਨੂੰ ਜਿਹੜੀ ਰੈਸਪੀ ਸ਼ੇਅਰ ਕਰਨੀ ਹੈ ਤੁਹਾਨੂੰ ਕਿਵੇਂ ਦੀ ਲੱਗਦੀ ਹੈਗੀ ਹੈ। ਔਰ ਪਲੀਜ਼ ਮੈਨੂੰ ਦੱਸਿਆ ਕਰੋ ਤੁਸੀਂ ਕਿੱਥੋਂ ਕਿੱਥੋਂ ਮੈਨੂੰ ਵਾਚ ਕਰਦੇ ਹੈਗੇ। ਮੈਨੂੰ ਬੜੀ ਜ਼ਿਆਦਾ ਖੁਸ਼ੀ ਹੁੰਦੀ ਹੈ ਤੁਹਾਡੇ ਕਮੈਂਟਸ ਪੜ੍ਹ ਕੇ ਔਰ ਤੁਸੀਂ ਮੇਰੀ ਫੈਮਿਲੀ ਦਾ ਹਿੱਸਾ ਹੋ। ਹੁਣ ਮੈਂ ਤੁਹਾਨੂੰ ਆਪਣੀ ਫੈਮਿਲੀ ਕਹਿੰਦੀ ਹੈਗੀ। ਤੁਸੀਂ ਭਾਵੇਂ ਮੈਨੂੰ ਆਪਣੀ ਫੈਮਿਲੀ ਸਮਝੋ ਨਾ ਸਮਝੋ ਲੇਕਿਨ ਤੁਸੀਂ ਮੇਰੀ ਸਾਰੀ ਫੈਮਿਲੀ ਹੋ। ਮੈਂ ਆਪਣੀ ਤੁਹਾਡੇ ਨਾਲ ਹਰ ਖੁਸ਼ੀ ਸੈਲੀਬ੍ਰੇਟ ਕਰਨੀ ਹੈਗੀ ਆ। ਕੋਈ ਟੈਨਸ਼ਨ ਹੁੰਦੀ ਤਾਂ ਵੀ ਮੈਂ ਤੁਹਾਨੂੰ ਦੱਸਦੀ ਹਾਂ। ਅੱਜ ਮੇਰਾ ਮੂਡ ਖਰਾਬ ਹੈ ਤੁਸੀਂ ਵੀ ਮੇਰੇ ਨਾਲ ਆਪਣੀ ਗੱਲਾਂ ਸ਼ੇਅਰ ਕਰਿਆ ਕਰੋ। ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਏਗੀ ਜੇ ਕੋਈ ਆਪਣੇ ਨੂੰ ਆਪਣਾ ਸਮਝਦਾ ਤਾਂ ਫਿਰ ਹੀ ਉਹਦੇ ਨਾਲ ਆਪਣਾ ਦੁੱਖ ਦਰਦ ਸ਼ੇਅਰ ਕੀਤਾ ਜਾਂਦਾ ਹੈ। ਔਰ ਇਨਸ਼ਾਅੱਲਾ ਤਾਲਾ ਮੈਂ ਹਮੇਸ਼ਾ ਤੁਹਾਡੇ ਨਾਲ ਆਪਣੀਆਂ ਸਾਰੀਆਂ ਗੱਲਾਂ ਸ਼ੇਅਰ ਕਰਦੀ ਰਵਾਂਗੀ। ਫਿਰ ਇਸੀ ਦੁਆ ਨਾਲ ਤੁਹਾਡੇ ਕੋਲ ਇਜਾਜ਼ਤ ਚਾਹਾਂਗੀ। ਰੱਬ ਸੋਨਾ ਤੁਹਾਨੂੰ ਸਾਰਿਆਂ ਨੂੰ ਮਦੀਨੇ ਦੀ ਜ਼ਿਆਰਤ ਕਰਾਵੇ। ਜ਼ਿੰਦਗੀ ਰਹੀ ਤੇ ਫਿਰ ਅਗਲੀ ਰੈਸਪੀ 'ਚ ਮੁਲਾਕਾਤ ਹੋਵੇਗੀ। ਦੁਆਵਾਂ 'ਚ ਮੈਨੂੰ ਯਾਦ ਰੱਖਿਆ ਕਰੋ। ਅੱਲਾ ਹਾਫਿਜ਼।